ਸਾਡੇ ਕੱਲ ਕੁਐਸਚਨਸ ਹੋ ਗਏ ਸੀ ਕਾफ़ी, ठीक है ना। ਹੁਣ ਆਪਾਂ ਅਗਲਾ ਕੁਐਸਚਨਸ ਕਰਨ ਲੱਗੇ ਆ ਪੰਜਵਾਂ। ਕਹਿੰਦਾ ਇਨ ਫੇਸ ਸੈਂਟਰਡ ਕਿਊਬਿਕ ਲੈਟਿਸ ਨੰਬਰ ਆਫ ਨੀਅਰੈਸਟ ਨੇਬਰ ਫॉर ਗਿਵਨ ਲੈਟਿਸ ਪੁਆਇੰਟ। ਠੀਕ ਹੈ, ਇਹ ਕੁਐਸਚਨ ਦੇ ਵਿੱਚ ਬੇਸਿਕਲੀ ਉਹ ਸਾਡੇ ਕੋਲ ਕੋਆਰਡੀਨੇਸ਼ਨ ਨੰਬਰ ਪੁੱਛ ਰਿਹਾ ਕਿ FCC ਜਿਹੜਾ ਹੁੰਦਾ ਉਹਦਾ ਕੋਆਰਡੀਨੇਸ਼ਨ ਨੰਬਰ ਕੀ ਹੈ। ਜੇ ਆਪਾਂ ਕੁਐਸਚਨ ਇਹ ਪੜ੍ਹਿਆ ਹੋਇਆ ਤੇ ਆਪਾਂ ਡਾਇਰੈਕਟ ਇਹਦਾ ਟਿਕ ਕਰ ਦੇਵਾਂਗੇ। ਜਿਹੜਾ ਕੋਆਰਡੀਨੇਸ਼ਨ ਨੰਬਰ ਹੁੰਦਾ FCC ਦਾ ਉਹ 12 ਹੁੰਦਾ ਹੈ ਤੇ ਇਹਦਾ ਆਨਸਰ ਕਿੰਨਾ ਆ ਜਾਣਾ 12 ਆ ਜਾਣਾ। ਠੀਕ ਹੈ, ਇਹ ਵੀ +2 ਦੇ ਵਿੱਚੋਂ ਹੀ ਕੁਐਸਚਨ ਨਿਕਲਦਾ ਪਿਆ ਹੈ। ਠੀਕ ਹੈ, ਫਿਰ ਆਹ ਕੁਐਸਚਨ ਸਾਡਾ ਜਿਹੜਾ +1 ਦੇ ਟੌਪਿਕ ਚੋਂ ਆ। ਕਹਿੰਦਾ ਐਟ ਸੇਮ ਟੈਂਪਰੇਚਰ ਵੀ ਸੇਮ ਆ, ਪ੍ਰੈਸ਼ਰ ਵੀ ਸੇਮ ਆ। ਠੀਕ ਹੈ, ਵਿਚ ਆਫ ਦੀ ਫੋਲੋਇੰਗ ਗੈਸਿਸ ਵਿਲ ਹੈਵ ਹਾਈਐਸਟ ਕਾਈਨੈਟਿਕ એનર્ਜੀ ਪਰ ਮੋਲ। ਕਿ ਜਿਹੜੀਆਂ ਨੀਚੇ 3 ਹਾਈਡਰੋਜਨ, ਮੀਥੇਨ ਤੇ ਨਾਈਟ੍ਰੋਜਨ ਗੈਸਿਸ ਦਿੱਤੀਆਂ ਹੋਈਆਂ, ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਕਾਈਨੈਟਿਕ એનર્ਜੀ ਕਿਹਦੀ ਹੋਊਗੀ। ਜੇ ਆਪਾਂ ਐਵਰੇਜ ਕਾਈਨੈਟਿਕ એનર્ਜੀ ਪਰ ਮੋਲ ਦਾ ਫਾਰਮੂਲਾ ਦੇਖੀਏ ਹੁੰਦਾ ਆ ਐਵਰੇਜ ਕਾਈਨੈਟਿਕ એનર્ਜੀ ਪਰ ਮੋਲ ਆਫ ਗੈਸ ਇਜ਼ ਇਕੁਅਲ ਟੂ 3/2 RT। मतलब कि 3/2 कॉन्स्टेंट आ, R गैस कॉन्स्टेंट आ। ਇਹ ਕਾਹਤੇ ਡਿਪੈਂਡ ਕਰਦਾ ਪਿਆ ਹੈ ਟੈਂਪਰੇਚਰ ਤੇ। ਜਿਹਦਾ ਟੈਂਪਰੇਚਰ ਜ਼ਿਆਦਾ ਹੋਊਗਾ ਉਹਦੀ ਜਿਹੜੀ ਹੈ ਕਾਈਨੈਟਿਕ એનર્ਜੀ ਜ਼ਿਆਦਾ ਹੋਣੀ ਹੈ। ਬਟ ਉਹਨੇ ਕੁਐਸਚਨਸ ਦੇ ਵਿੱਚ ਕੀ ਬੋਲਤਾ ਐਟ ਸੇਮ ਟੈਂਪਰੇਚਰ। ਜੇ ਟੈਂਪਰੇਚਰ ਸਾਰਿਆਂ ਦਾ ਸੇਮ ਹੈ ਇਹਦਾ ਮਤਲਬ ਕਿ ਸਾਰਿਆਂ ਦੀ ਕਾਈਨੈਟਿਕ એનર્ਜੀ ਵੀ ਕੀ ਹੋਊਗੀ ਸੇਮ। ਤਾਂ ਕਰਕੇ ਇਹਦੇ ਵਿੱਚ ਆਪਾਂ ਟਿਕ ਕਰਨਾ ਹੈ ਇਹ ਵਾਲਾ ਆਲ ਦਾ ਸੇਮ। ਕਾਈਨੈਟਿਕ એનર્ਜੀ ਸਾਰਿਆਂ ਦੀ ਕੀ ਹੋਣੀ ਹੈ ਸੇਮ ਹੋਣੀ ਆ। ਇੱਕ ਇਹ ਵਾਲਾ ਕੁਐਸਚਨ ਆ, ਇਹ ਕੋਆਰਡੀਨੇਸ਼ਨ ਕੰਪਾਊਂਡਸ ਆ ਜਿਹੜਾ +2 ਦਾ ਚੈਪਟਰ ਆ 9th ਚੈਪਟਰ ਆ ਉਹਦਾ ਕੁਐਸਚਨ ਆ। ਇਹਦੇ ਵਿੱਚ ਆਉਂਦਾ ਸਟਰਕਚਰ ਆਫ ਇਸ ਤਰ੍ਹਾਂ ਦਾ ਕੰਪਾਊਂਡ ਦਿੱਤਾ। ਬੇਸਿਕਲੀ ਆਪਾਂ ਇਹਦੀ ਸਟਰਕਚਰ ਜਿਹੜੀ ਹੈ ਬੈਲੈਂਸ ਬੌਂਡ ਥਿਊਰੀ ਜਿਹੜੀ ਹੁੰਦੀ ਹੈ ਸਾਡੀ ਉਹਦੇ ਅਕੋਰਡਿੰਗ ਕੱਢਦੇ ਹੁੰਦੇ ਦਾ ਬਾਕਸ ਵਗੈਰਾ ਬਣਾ ਕੇ। ਠੀਕ ਹੈ, ਬਟ ਇਹ ਜਿਹੜਾ ਕੁਐਸਚਨ ਆ ਨਾ ਇਹ ਜੇ ਤੁਸੀਂ ਦਿਨੇਸ਼ ਜਾਂ ਉਹਦੀ ਬੁੱਕ ਪੜ੍ਹਦੇ ਪਏ ਆ ਤੇ ਲਾਸਟ ਦੇ ਵਿੱਚ ਆਉਂਦਾ ਹੈ। ਠੀਕ ਹੈ, ਇਸ ਤਰ੍ਹਾਂ ਆਪਾਂ ਇਹਦੀ ਕੱਢਦੇ ਹੁੰਦੇ ਆ। ਪਹਿਲਾਂ ਕਾਪਰ ਲਿਖ ਲੈਂਦੇ ਆ, ਫਿਰ ਪਹਿਲਾਂ ਕਾਪਰ ਦੇ ਇਲੈਕਟ੍ਰੋਨ ਲਿਖ ਲੈਣੇ ਆ। ਕਾਪਰ ਤੋਂ ਬਾਅਦ ਚ ਜਿਹੜਾ ਇਹਦੇ ਵਿੱਚ ਆਕਸੀਡੇਸ਼ਨ ਨੰਬਰ ਆਉਂਦਾ ਪਿਆ ਉਹਦੇ ਇਲੈਕਟ੍ਰੋਨ ਲਿਖ ਲੈਣੇ ਆ। ਠੀਕ ਹੈ, ਫਿਰ ਅਗਰ ਸਟਰੋਂਗ ਫੀਲਡ ਆ ਜਾਂ ਵੀਕ ਫੀਲਡ ਆ ਉਹਦੇ ਅਕੋਰਡਿੰਗ ਕਰਵਾਉਣਾ। ਬਟ ਇਹ ਜਿਹੜੀ ਆ ਕੰਟਰੋਵਰਸ਼ੀਅਲ ਐਗਜ਼ਾਮਪਲ ਆ ਅਮੋਨੀਆ ਦੇ ਨਾਲ ਵੀ ਤਾਂ ਵਾਟਰ ਦੇ ਨਾਲ ਵੀ। ਇਹਦੀ ਜਿਹੜੀ ਸਟਰਕਚਰ ਜਾਂ ਹਾਈਬ੍ਰਿਡਾਈਜੇਸ਼ਨ ਆਉਂਦੀ ਹੈ ਜਿਓਮੈਟਰੀ ਆਉਂਦੀ ਹੈ ਉਹ ਆਉਂਦੀ ਹੈ ਸਕੇਅਰ ਪਲੇਨਰ। ਤਾਂ ਕਰਕੇ ਜੇ ਇੱਥੇ ਅਮੋਨੀਆ ਆ ਗਿਆ ਫਿਰ ਵੀ ਇਹ ਲਿਖਣੀ ਆ, ਜੇ ਵਾਟਰ ਆ ਗਿਆ ਫਿਰ ਵੀ ਇਹਦਾ ਆਨਸਰ ਆਣਾ ਹੈ 2 ਪੋਜ਼ਿਟਿਵ ਦਾ। ਠੀਕ ਹੈ, ਇਹਦੀ ਸਟਰਕਚਰ ਆਣੀ ਆ ਸਕੇਅਰ ਪਲੇਨਰ। ਹੁਣ ਇਹਦਾ ਵੀ ਤਾਂ ਹੀ ਤੁਸੀਂ ਕਰ ਸਕਦੇ ਆ ਜੇ ਤੁਸੀਂ ਜਿਹੜਾ ਇਹ ਪੜ੍ਹਿਆ ਹੋਇਆ ਚੈਪਟਰ ਉਹਦੀ ਮਤਲਬ ਕਿ ਇਹਨੂੰ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਫਿਰ ਹੀ ਤੁਸੀਂ ਇਹ ਕੁਐਸਚਨ ਕੱਢ ਸਕਦੇ। ਅਦਰਵਾਈਜ਼ ਤੁਹਾਡੇ ਤੋਂ ਇਹ ਕੁਐਸਚਨ ਵੀ ਨਹੀਂ ਨਿਕਲਣਾ। ਓਕੇ, ਉਹਦੇ ਬਾਅਦ ਚ ਸਾਡਾ ਅਗਲਾ ਕੁਐਸਚਨ ਹੈਗਾ ਐਂਜ਼ਾਈਮ ਐਕਟੀਵਿਟੀ ਆਫ ਹਿਊਮਨ ਬੋਡੀਜ਼ ਮੈਕਸਿਮਮ। ਇਹਦੇ ਨਾਲ ਦਾ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਵਾਂ, ਜਦੋਂ ਸਾਨੂੰ ਬੁਖਾਰ ਵਗੈਰਾ ਫੀਵਰ ਵਗੈਰਾ ਹੋ ਜਾਂਦਾ, ਸਾਡਾ ਟੈਂਪਰੇਚਰ ਵੱਧ ਘਟ ਜਾਂਦਾ। ਟੈਂਪਰੇਚਰ ਵਧਣ ਦੇ ਨਾਲ ਸਾਨੂੰ ਜਿਹੜੀ ਹੈ ਡਾਈਜੈਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ, ਰੋਟੀ ਪਾਣੀ ਪਚਣਾ ਬੰਦ ਹੋ ਜਾਂਦਾ। ਉਹ ਪਚਣਾ ਬੰਦ ਕਾਹਦੇ ਹੋ ਜਾਂਦਾ ਕਿਉਂਕਿ ਸਾਡੇ ਬੋਡੀ ਦੇ ਵਿੱਚ ਜਿਹੜੇ ਐਂਜ਼ਾਈਮ ਆ ਉਹ ਇੱਕ ਪਾਰਟਿਕੂਲਰ ਟੈਂਪਰੇਚਰ ਤੇ ਵਧੀਆ ਕੰਮ ਕਰਦੇ ਆ। ਉਹ ਜਿਹੜੇ ਟੈਂਪਰੇਚਰ ਤੇ ਉਹਨਾਂ ਦੀ ਜਿਹੜੀ ਐਕਟੀਵਿਟੀ ਮੈਕਸਿਮਮ ਹੁੰਦੀ ਆ ਉਹਨੂੰ ਆਪਾਂ ਬੋਲਦੇ ਆ ਆਪਟੀਮਮ ਟੈਂਪਰੇਚਰ। ਕਿਆ ਬੋਲਦੇ ਆ ਉਹਨੂੰ ਆਪਟੀਮਮ ਟੈਂਪਰੇਚਰ। ਠੀਕ ਹੈ, ਇਹ ਯਾਦ ਰੱਖਣਾ ਸਾਡੀ ਬੋਡੀ ਜਿਹੜੀ ਆ ਬੋਡੀ ਦੇ ਅੰਦਰ ਜਿਹੜੇ ਐਂਜ਼ਾਈਮ ਆ ਜਿਹੜੇ ਟੈਂਪਰੇਚਰ ਤੇ ਉਹਨਾਂ ਦੀ ਐਕਟੀਵਿਟੀ ਸਭ ਤੋਂ ਜ਼ਿਆਦਾ ਹੁੰਦੀ ਹੈ ਉਹ ਟੈਂਪਰੇਚਰ ਨੂੰ ਆਪਾਂ ਕਿਆ ਬੋਲਦੇ ਆ ਆਪਟੀਮਮ ਟੈਂਪਰੇਚਰ। ਤੇ ਉਹ ਕਿੰਨਾ ਹੁੰਦਾ ਉਹ ਸਾਡਾ ਹੁੰਦਾ 310 ਕੈਲਵਿਨ। ਠੀਕ ਹੈ, ਇਹ ਵੀ ਜੇ ਆਪਾਂ ਪੜ੍ਹਿਆ ਹੋਊਗਾ ਫਿਰ ਹੀ ਆਪਾਂ ਇਹ ਕੁਐਸਚਨ ਦਾ ਆਨਸਰ ਦੇ ਸਕਦੇ ਹਾਂ, ਅਦਰਵਾਈਜ਼ ਇਹਦੇ ਵਿੱਚ ਵੀ ਪ੍ਰੋਬਲਮ ਆਣੀ ਆ। ਓਕੇ, ਤੇ ਫਿਰ ਆ ਰਿਐਕਸ਼ਨ ਦਿੱਤੀ ਹੋਈ ਆ ਫॉर ਫੋਲੋਇੰਗ ਰਿਐਕਸ਼ਨ। ਇਹਨੂੰ ਆਪਾਂ ਲਿਖ ਲੈਣੀ ਹੈ H2 ਗੈਸ ਆ। ਇਹ ਹੈਗਾ ਕੈਮੀਕਲ ਕਾਈਨੈਟਿਕਸ ਚੋਂ ਕੁਐਸਚਨ ਆ +2 ਦੇ ਵਿੱਚੋਂ ਹੀ ਆ ਜਿੰਨੇ ਵੀ ਕੁਐਸਚਨ ਹਾਲੇ ਤੱਕ ਆਪਾਂ ਕਰ ਰਹੇ ਆ। ਦੇਖੋ ਮਾਸਟਰ ਕੈਡਰ ਦਾ ਪੇਪਰ ਆ ਤੇ ਪ੍ਰਸ਼ਨ ਕਿੱਥੋਂ ਆਏ ਹੋਏ ਆ +2 ਤੇ +1 ਦੇ ਵਿੱਚੋਂ ਮੈਕਸਿਮਮ।
ਹਾਂਜੀ, हैरान होने वाली गल आ। ਹੁਣ ਮੋਲੀਕੂਲੈਰਿਟੀ ਤੇ ਆਰਡਰ ਜੇ ਤੁਸੀਂ ਪੜ੍ਹਿਆ ਹੋਊਗਾ ਫਿਰ ਹੀ ਤੁਸੀਂ ਦੱਸ ਸਕਦੇ ਆ। ਜਿਹੜੀ ਮੋਲੀਕੂਲੈਰਿਟੀ ਹੁੰਦੀ ਆ ਉਹ ਹੁੰਦੀ ਆ ਕਿ ਕਿੰਨੇ ਰਿਐਕਟੈਂਟ ਆਪਸ ਦੇ ਵਿੱਚ ਟਕਰਾ ਰਹੇ ਨੇ। ਇੱਕ ਰਿਐਕਟੈਂਟ ਇਹ ਆ, ਇੱਕ ਰਿਐਕਟੈਂਟ ਇਹ ਆ, ਕਿੰਨੇ ਰਿਐਕਟੈਂਟ ਆਪਸ 'ਚ ਟਕਰਾ ਰਹੇ ਆ? 2। ਤਾਂ ਕਰਕੇ ਇਹਦੀ ਮੋਲੀਕੂਲੈਰਿਟੀ ਕਿੰਨੀ ਆਣੀ ਆ? 2 ਆਣੀ ਆ। ਤੇ ਜੇ ਆਪਾਂ ਰੇਟ ਦੇਖੀਏ ਇਹਦੀ ਪਾਵਰ ਵੀ 1 ਆ, ਇਹਦੀ ਪਾਵਰ ਵੀ 1 ਆ, ਦੋਨਾਂ ਦੀ ਪਾਵਰ 1 ਆ। ਜਿਹੜਾ ਆਰਡਰ ਹੁੰਦਾ ਆ ਆਰਡਰ ਦੇ ਵਿੱਚ ਆਪਾਂ ਇਸ ਤਰ੍ਹਾਂ ਰੇਟ ਲਿਖ ਕੇ ਜਿਹੜੀਆਂ ਉਹਦੀਆਂ ਪਾਵਰਾਂ ਹੁੰਦੀਆਂ ਉਹਨੂੰ ਐਡ ਕਰ ਦਿੰਦੇ ਆ। ਆਰਡਰ ਵੀ ਕਿੰਨਾ ਆ ਜਾਣਾ 1 + 1 ਕਿੰਨਾ ਹੋ ਗਿਆ 2। ਆਰਡਰ ਵੀ ਕਿੰਨਾ 2 ਆ ਤੇ ਮੋਲੀਕੂਲੈਰਿਟੀ ਵੀ ਕਿੰਨੀ ਆ 2। ਇਹ ਵੀ ਬਿਲਕੁਲ ਸਿੰਪਲ ਕੁਐਸਚਨ ਆ, ਠੀਕ ਹੈ ਬੇਟਾ। ਮੈਂ ਤੁਹਾਨੂੰ ਚੈਪਟਰ ਦੱਸ ਦਿੰਦਾ ਜਿਹਦੇ ਵਿੱਚੋਂ ਕੁਐਸਚਨਸ ਆਉਂਦੇ ਪਏ ਆ ਜਿਹੜਾ ਚੈਪਟਰ ਆ ਕੁਐਸਚਨ ਆ ਇਹ ਵੀ ਆਇਆ ਉਹਦੇ ਵਿੱਚੋਂ ਹੀ ਕੈਮੀਕਲ ਕਾਈਨੈਟਿਕਸ ਦੇ ਵਿੱਚੋਂ ਆ, ਠੀਕ ਹੈ। ਇਹ ਜਿਹੜਾ 13ਵਾਂ ਕੁਐਸਚਨ ਆ ਇਹ ਵੀ ਕੈਮੀਕਲ ਕਾਈਨੈਟਿਕਸ +2 ਦੇ ਵਿੱਚੋਂ, ਮਤਲਬ ਕਿ ਇਹਨਾਂ ਨੂੰ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਆ। ਇਹ ਜਿਹੜਾ ਤੁਹਾਡਾ ਆ ਗਿਆ ਸਰਫੇਸ ਕੈਮਿਸਟਰੀ ਦੇ ਵਿੱਚੋਂ ਆ ਜਾਂਦਾ। ਇਹ +2 ਦੀ ਸਰਫੇਸ ਕੈਮਿਸਟਰੀ ਕਹਿੰਦਾ ਵੈਨ ਐਕਸੈਸ ਆਫ ਇਲੈਕਟ੍ਰੋਲਾਈਟ ਐਡਡ ਟੂ ਕੋਲਾਈਡ ਇਟ। ਜਦੋਂ ਆਪਾਂ ਕੋਈ ਕੋਲਾਈਡਲ ਸੋਲਿਊਸ਼ਨ ਦੇ ਵਿੱਚ ਜ਼ਿਆਦਾ ਇਲੈਕਟ੍ਰੋਲਾਈਟ ਐਡ ਕਰਦੇ ਆ ਉਹ ਜਿਹੜਾ ਸੋਲਿਊਸ਼ਨ ਆ ਉਹ ਕੋਐਗੂਲੇਟ ਕਰ ਜਾਂਦਾ, ਮਤਲਬ ਕਿ ਉਹ ਜੰਮ ਜਾਂਦਾ ਉਹਦੇ, ਠੀਕ ਹੈ। ਯਾਦ ਰੱਖਣਾ ਆ। ਇਹ ਵੀ ਜੇ ਤੁਸੀਂ ਪੜ੍ਹਿਆ ਹੋਊਗਾ ਫਿਰ ਹੀ ਇਹਦਾ ਆਨਸਰ ਦੇ ਸਕਦੇ ਆ, ਅਦਰਵਾਈਜ਼ ਤੁਹਾਨੂੰ ਪ੍ਰੋਬਲਮ ਆਣੀ ਹੀ ਆਣੀ ਹੈ, ਠੀਕ ਹੈ। ਫਿਰ ਇਹ ਵਾਲਾ ਹੁੰਦਾ ਆ, ਇਹ ਕੁਐਸਚਨ ਕਾਫੀ ਇੰਪੋਰਟੈਂਟ ਆ। ਜਿੱਦਾਂ ਇੱਕ ਤਾਂ ਐਬਜ਼ੌਰਪਸ਼ਨ ਹੁੰਦੀ ਹੈ ਜਿੱਦਾਂ ਤੁਸੀਂ ਕਿਸੇ ਰੂਮ ਦੇ ਕੱਪੜੇ ਨੂੰ ਜਿਹੜਾ ਰੂਮ ਦਾ ਟੁਕੜਾ ਆ ਉਹਨੂੰ ਪਾਣੀ ਦੇ ਵਿੱਚ ਡੁਬੋਇਆ, ਉਹਨੇ ਪਾਣੀ ਨੂੰ ਐਬਜ਼ੌਰਬ ਕਰ ਲਿਆ, ਉਹਨੂੰ ਆਪਾਂ ਐਬਜ਼ੌਰਪਸ਼ਨ ਬੋਲਦੇ ਹਾਂ, ਠੀਕ ਹੈ। ਐਡਜ਼ੌਰਪਸ਼ਨ ਹੁੰਦੀ ਆ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੂਸਰੇ ਦੇ ਵਿੱਚ ਡੁਬੋਇਆ, ਬਟ ਉਹ ਜਿਹੜੀ ਐਡਜ਼ੌਰਪਸ਼ਨ ਹੁੰਦੀ ਆ ਉਹ ਜਾਂ ਸਰਫੇਸ ਤੇ ਹੋਣੀ ਆ ਜਾਂ ਬਲਕ ਤੇ ਹੋਣੀ ਆ। ਇਹਦੀ ਬੈਸਟ ਐਗਜ਼ਾਮਪਲ ਪਤਾ ਕਿਹੜੀ ਹੁੰਦੀ ਆ? ਇੱਕ ਪੌਂਡਸ ਦੀ ਮਸ਼ਹੂਰੀ ਆਉਂਦੀ ਆ, ਉਹਦੇ ਵਿੱਚ ਨਾ ਉਹ ਕਹਿੰਦੇ ਕਿ ਜਿਹੜੀਆਂ ਤੁਹਾਡੇ ਸਕਿਨ ਦੇ ਉੱਪਰ ਕਾਲੋ ਵਗੈਰਾ ਜੰਮ ਗਏ ਉਹਨੂੰ ਸੋਖ ਲੈਂਦਾ। ਉਹ ਇੱਦਾਂ ਮਸ਼ਹੂਰੀ ਦਿੰਦੇ ਆ, ਉਹ ਇੱਦਾਂ ਛੋਟੇ ਜਿਹਾ ਚਾਰਕੋਲ ਦਾ ਪੀਸ ਪਾਣੀ ਦੇ ਵਿੱਚ ਸੁੱਟਦੇ, ਉਹ ਸਾਰੀ ਜਿਹੜੀ ਇੰਪਿਓਰਿਟੀਜ਼ ਹੁੰਦੀ ਕਾਲੇ ਕਾਲੇ ਰੰਗ ਨੂੰ ਐਡਜ਼ੌਰਬ ਕਰ ਲੈਂਦੀਆਂ। ਬੇਸਿਕਲੀ ਉਹ ਐਡਜ਼ੌਰਪਸ਼ਨ ਹੁੰਦੀ ਹੈ। ਐਡਜ਼ੌਰਪਸ਼ਨ ਦੇ ਵਿੱਚ ਇੱਕ ਐਡਜ਼ੌਰਬੈਂਟ ਹੁੰਦਾ ਹੈ, ਇੱਕ ਐਡਜ਼ੌਰਬੇਟ ਹੁੰਦਾ ਹੈ, ਠੀਕ ਹੈ। ਇਹ ਵਾਲੀ ਹੁੰਦੀ ਆ ਐਡਜ਼ੌਰਪਸ਼ਨ ਤੇ ਐਬਜ਼ੌਰਪਸ਼ਨ। ਐਬਜ਼ੌਰਪਸ਼ਨ ਹੋਈ ਆ ਜਦੋਂ ਸਾਰਾ ਕੁਝ ਉਹਦੇ ਅੰਦਰ ਚਲਾ ਗਿਆ ਬਿਲਕੁਲ ਬਰਾਬਰ। ਐਬਜ਼ੌਰਪਸ਼ਨ ਹੁੰਦੀ ਆ ਜਦੋਂ ਦੇਖੋ ਮਤਲਬ ਕਿ ਵਾਟਰ ਇੱਕ ਪੀਸ ਆਫ ਐਨਹਾਈਡਰਸ ਕੈਲਸ਼ੀਅਮ ਕਲੋਰਾਈਡ ਲਿਆ, ਉਹ ਵਾਟਰ ਨੂੰ ਉਹਨੇ ਚੰਗੀ ਤਰ੍ਹਾਂ ਐਬਜ਼ੌਰਬ ਕਰ ਲਿਆ, ਇਹ ਐਬਜ਼ੌਰਪਸ਼ਨ ਆ। ਤੇ ਐਡਜ਼ੌਰਪਸ਼ਨ ਹੁੰਦੀ ਆ ਕਿ ਉਹ ਜਿਹੜੇ ਵਾਟਰ ਆ ਉਹ ਸਿਰਫ ਸਰਫੇਸ ਦੇ ਉੱਪਰ ਗਿਆ, ਅੰਦਰਲੇ ਪਾਸਿਓਂ ਜਿਹੜਾ ਪੀਸ ਆਫ ਸਿਲਿਕਾ ਜੈਲ ਆ ਉਹ ਸੁੱਕਾ ਹੀ ਆ, ਠੀਕ ਹੈ। ਇਹ ਸਾਡੀ ਹੁੰਦੀ ਨੇ ਐਡਜ਼ੌਰਪਸ਼ਨ। ਹੁਣ ਦੇਖੋ ਜਿਹੜੀ ਐਡਜ਼ੌਰਪਸ਼ਨ ਹੁੰਦੀ ਆ ਉਹਦੇ ਵਿੱਚ ਇੱਕ ਹੁੰਦਾ ਐਡਜ਼ੌਰਬੈਂਟ, ਇੱਕ ਹੁੰਦਾ ਐਡਜ਼ੌਰਬੇਟ। ਜਿਹਦੇ ਉੱਪਰ ਐਡਜ਼ੌਰਪਸ਼ਨ ਹੋ ਰਹੀ ਆ ਉਹਨੂੰ ਆਪਾਂ ਐਡਜ਼ੌਰਬੈਂਟ ਬੋਲਦੇ ਆ, ਜਿਹਦੀ ਐਡਜ਼ੌਰਪਸ਼ਨ ਹੁੰਦੀ ਪਈ ਆ ਉਹਨੂੰ ਆਪਾਂ ਬੇਟ ਬੋਲਦੇ ਪਏ, ਐਡਜ਼ੌਰਬੇਟ। ਮਤਲਬ ਕਿ ਜਿੱਦਾਂ ਇੱਕ ਸੋਲਿਡ ਸੀਗਾ, ਉਹਨੇ ਜਿਹੜਾ ਲਿਕੁਇਡ ਨੂੰ ਆਪਣੇ ਸਰਫੇਸ ਤੇ ਐਡਜ਼ੌਰਬ ਕਰ ਲਿਆ। ਜਿਹੜਾ ਵੱਡਾ ਸੋਲਿਡ ਆ ਉਹ ਐਡਜ਼ੌਰਬੈਂਟ ਆ, ਜਿਹੜਾ ਲਿਕੁਇਡ ਆ ਉਹ ਜਿਹੜਾ ਉਹਦੇ ਉੱਪਰ ਜੰਮਿਆ ਉਹਦੇ ਵਿੱਚ ਗਿਆ ਥੋੜਾ ਥੋੜਾ, ਉਹ ਹੈਗਾ ਐਡਜ਼ੌਰਬੇਟ। ਹੁਣ ਆਪਾਂ ਕੁਐਸਚਨ ਤੇ ਆ ਜਾਂਦੇ ਆ। ਸਾਡਾ ਕੁਐਸਚਨ ਕੀ ਸੀਗਾ? ਕਹਿੰਦਾ ਆਕਜ਼ੈਲਿਕ ਐਸਿਡ ਜਿਹੜਾ ਆ ਐਕਟੀਵੇਟਡ ਚਾਰਕੋਲ, ਐਡਜ਼ੌਰਪਸ਼ਨ ਆਫ ਆਕਜ਼ੈਲਿਕ ਐਸਿਡ ਔਨ ਐਕਟੀਵੇਟਡ ਚਾਰਕੋਲ। ਮਤਲਬ ਕਿ ਐਕਟਿਵ ਜਿਹੜਾ ਚਾਰਕੋਲ ਸੀਗਾ ਉਹਨੇ ਆਕਜ਼ੈਲਿਕ ਐਸਿਡ ਨੂੰ ਆਪਣੇ ਸਰਫੇਸ ਤੇ ਐਡਜ਼ੌਰਬ ਕਰ ਲਿਆ। ਹੁਣ ਐਕਟੀਵੇਟਡ ਚਾਰਕੋਲ ਕੀ ਹੋਊਗਾ? ਜਿਹਦੇ ਸਰਫੇਸ ਤੇ ਹੋ ਰਿਹਾ ਉਹਦਾ ਆਨਸਰ ਕੀ ਆਣਾ ਸਾਡਾ? ਐਡਜ਼ੌਰਬੇਟ। ਇਹ ਵੀ ਜੇ ਤੁਸੀਂ ਪੜ੍ਹਿਆ ਹੋਊਗਾ ਤੇ ਬੜੇ ਆਰਾਮ ਨਾਲ ਆਪਾਂ ਇਹਦਾ ਆਨਸਰ ਦੇ ਸਕਦੇ ਹਾਂ, ਠੀਕ ਹੈ। ਉਹਦੇ ਬਾਅਦ ਚ ਜਿਹੜਾ ਸਾਡਾ ਨੈਕਸਟ ਕੁਐਸਚਨ ਆ, ਸਟੈਂਡਰਡ ਰਿਡਕਸ਼ਨ ਪੋਟੈਂਸ਼ੀਅਲ ਵੈਲਿਊ ਸਾਨੂੰ ਦਿੱਤੀ ਹੋਈ ਆ 3 ਕਟਾਇਨਸ ਦੀ, ਐਕਸ ਵਾਈ ਤੇ ਜ਼ੈਡ ਦੀ। ਐਕਸ ਦੀ ਹੈਗੀ ਆ 0.52, ਵਾਈ ਦੀ ਹੈਗੀ ਆ -3.03 ਤੇ ਜਿਹੜਾ ਜ਼ੈਡ ਆ ਉਹਦੀ ਹੈਗੀ ਆ -1.16। ਕਹਿੰਦਾ ਆਰਡਰ ਆਫ ਰਿਡਿਊਸਿੰਗ ਪਾਵਰ, ਸਭ ਤੋਂ ਜ਼ਿਆਦਾ ਰਿਡਿਊਸਿੰਗ ਪਾਵਰ ਕਿਹਦੀ ਹੋਣੀ ਆ?
ਇਹਨੂੰ ਯਾਦ ਰੱਖਣਾ, ਜਿੰਨਾ ਜ਼ਿਆਦਾ ਨੈਗੇਟਿਵ ਆ ਉਨੀ ਉਹਦੀ ਰਿਡਿਊਸਿੰਗ ਪਾਵਰ ਜ਼ਿਆਦਾ ਹੋਣੀ ਆ। ਸਭ ਤੋਂ ਜ਼ਿਆਦਾ ਨੈਗੇਟਿਵ ਕਿਹੜਾ ਆ, ਇਹ ਵਾਲਾ ਮਤਲਬ y। ਸਭ ਤੋਂ ਜ਼ਿਆਦਾ ਵੈਲਿਊ ਕਿਹਦੀ ਹੋਣੀ ਆ, y ਦੀ। ਠੀਕ ਹੈ, ਤੁਸੀਂ ਇੱਥੇ ਲਗਾ ਲਓ y ਦੀ। ਉਹ ਤੋਂ ਘੱਟ ਦੂਸਰੇ ਨੰਬਰ ਤੇ ਹੈਗਾ ਇਹ ਵਾਲਾ, ਇਹਦੀ ਨੈਗੇਟਿਵ ਚ ਆ। ਦੂਸਰੇ ਨੰਬਰ ਤੇ ਆ ਜਾਣਾ z। ਸਭ ਤੋਂ ਪੋਜ਼ਿਟਿਵ ਕਿਹਦੀ ਆ, ਉਹ ਹੈਗੀ ਆ ਸਾਡਾ ਜਿਹੜਾ ਥਰਡ ਬਚ ਗਿਆ x। ਸਾਡਾ ਆਰਡਰ ਆ ਜਾਣਾ y ਲੈਸ ਦੈਨ y। ਆਹ ਵਾਲਾ ਆਰਡਰ ਦੇ ਹਿਸਾਬ ਲਾ ਲਓ, ਹੁਣ ਮੈਨੂੰ ਕਹਿਣਾ ਭੁੱਲ ਗਿਆ ਕਿੱਦਾਂ ਆਣਾ ਸੀਗਾ। ਮਤਲਬ ਕਿ ਸਭ ਤੋਂ ਜ਼ਿਆਦਾ ਕਿਹਦੀ ਆ ਗਈ ਆ, y ਦੀ। ਉਹ ਤੋਂ ਘੱਟ ਆ ਗਈ ਆ z ਦੀ। ਸਭ ਤੋਂ ਘੱਟ ਆ ਗਈ ਆ x ਦੀ। ਮਤਲਬ ਯਾਦ ਕੀ ਰੱਖਣਾ, ਜਿੰਨੀ ਜ਼ਿਆਦਾ ਨੈਗੇਟਿਵ ਵੈਲਿਊ ਆ ਉਨੀ ਰਿਡਿਊਸਿੰਗ ਪਾਵਰ ਜ਼ਿਆਦਾ ਆ। ਇਹਦੇ ਬੇਸਿਸ ਤੇ ਤੁਹਾਨੂੰ, ਜੇ ਤੁਸੀਂ ਇਹ ਪੜ੍ਹਿਆ ਹੁੰਦਾ ਤਾਂ ਇੱਕ ਮਿੰਟ 'ਚ ਆਪਾਂ ਇਹ ਕੁਐਸਚਨ ਕਰ ਸਕਦੇ ਹਾਂ, ਕੋਈ ਜ਼ਿਆਦਾ ਔਖਾ ਨਹੀਂ। ਇਹ ਵੀ ਸਾਡਾ ਜਿਹੜਾ ਇਲੈਕਟ੍ਰੋਕੈਮਿਸਟਰੀ +2 ਦੇ ਟੌਪਿਕ 'ਚੋਂ ਆ ਜਾਂਦਾ ਹੈ। ਠੀਕ ਹੈ, ਤੇ ਆਹ ਵਾਲਾ ਕੁਐਸਚਨ ਮੇਰੇ ਅਕੋਰਡਿੰਗ BSc ਦੇ ਵਿੱਚੋਂ ਆਉਂਦਾ ਆ। ਇਹ ਤੁਹਾਨੂੰ ਮੈਂ ਉਦਾਂ ਦੱਸ ਦਿੰਦਾ। ਕਹਿੰਦਾ ਵਿਚ ਆਫ ਦੀ ਫੋਲੋਇੰਗ ਮੋਲੀਕਿਊਲ ਡੂ ਨਾਟ ਸ਼ੋ ਵਾਈਬ੍ਰੇਸ਼ਨਲ ਇਨਫਰਾਰੈਡ ਸਪੈਕਟਰਮ। ਵਾਈਬ੍ਰੇਸ਼ਨਲ ਇਨਫਰਾਰੈਡ ਸਪੈਕਟਰਮ ਉਹ ਨਹੀਂ ਸ਼ੋ ਕਰ ਸਕਦਾ ਜਿਹਦੀ ਡਾਈਪੋਲ ਮੂਵਮੈਂਟ ਨਾ ਹੋਵੇ। ਹੁਣ ਦੇਖੋ HCl ਦੀ ਵੀ ਡਾਈਪੋਲ ਮੂਵਮੈਂਟ ਹੋਣੀ ਆ, ਵਾਟਰ ਦੀ ਵੀ ਡਾਈਪੋਲ ਮੂਵਮੈਂਟ ਹੋਣੀ ਆ, ਅਮੋਨੀਆ ਦੀ ਵੀ ਡਾਈਪੋਲ ਮੂਵਮੈਂਟ ਹੋਣੀ ਆ। ਡਾਈਪੋਲ ਮੂਵਮੈਂਟ ਕਿਹਦੀ ਨਹੀਂ ਆ, H2 ਦੀ, ਕਿਉਂਕਿ ਇਹ ਸੇਮ ਤੋਂ ਬਣਿਆ ਹੋਇਆ ਆ। ਇਹ ਨਾਨ ਪੋਲਰ ਆ, ਇਹਦੀ ਡਾਈਪੋਲ ਮੂਵਮੈਂਟ ਨਹੀਂ ਆ, ਤਾਂ ਕਰਕੇ ਇਹਨੇ ਜਿਹੜੀ ਆ ਇਨਫਰਾਰੈਡ ਵਾਈਬ੍ਰੇਸ਼ਨਲ ਇਨਫਰਾਰੈਡ ਸਪੈਕਟਰਮ ਨਹੀਂ ਸ਼ੋ ਕਰਨਾ। ਦੇਖੋ ਸਾਨੂੰ ਜਿਹੜਾ ਮੇਨ ਹਿੰਟ ਮਿਲਣਾ ਆ ਉਹ ਇਹਦੇ ਵਿੱਚੋਂ ਮਿਲਣਾ ਆ, ਕੁਐਸਚਨਸ ਦੇ ਵਿੱਚੋਂ, ਕਿ ਜਿਹੜੀ ਆਪਸ਼ਨ ਸਾਨੂੰ ਔਡ ਲੱਗਦੀ ਪਈ ਆ, ਦੂਸਰਿਆਂ ਨਾਲੋਂ ਵੱਖਰੀ ਲੱਗਦੀ ਪਈ ਆ, ਜੇ ਸਾਨੂੰ ਨਹੀਂ ਵੀ ਆਂਦਾ ਫਿਰ ਵੀ ਆਪਾਂ ਉਹਨੂੰ ਟਿਕ ਕਰਨਾ ਆ। ਓਕੇ, ਇਹ ਨਾਲ ਸਾਡੇ 17 ਕੁ ਕੁਐਸਚਨ ਹੋ ਗਏ ਆ। ਠੀਕ ਹੈ, ਚਲੋ ਅਗਲਾ ਇੱਕ ਹੋਰ ਸੌਖਾ ਜਿਹਾ ਕਰ ਲੈਂਦੇ ਆ। ਇਹ ਦੇਖੋ ਕਿੰਨੇ ਸੌਖੇ ਆ। ਤੁਸੀਂ ਕਹਣਾ ਕਿ ਇਹ ਕਿਆ ਪੁੱਛ ਰਹੇ वो लोग। ਕਹਿੰਦਾ ਗਲੋਬਲ ਵਾਰਮਿੰਗ ਇਜ਼ ਡਿਊ ਟੂ ਇਨਕਰੀਜ਼ ਇਨ ਕੰਸਨਟ੍ਰੇਸ਼ਨ ਆਫ। ਗਲੋਬਲ ਵਾਰਮਿੰਗ ਕਾਦੇ ਨਾਲ ਵੱਧਦੀ ਆ, ਗਲੋਬਲ ਵਾਰਮਿੰਗ ਵੱਧਦੀ ਆ ਕਾਰਬਨ ਡਾਈਆਕਸਾਈਡ ਗੈਸ ਦੀ ਜਿਹੜੀ ਕੰਸਨਟ੍ਰੇਸ਼ਨ ਵੱਧਦੀ ਪਈ ਆ। ਇੰਨੇ ਸੌਖੇ ਕੁਐਸਚਨ, ਹੋਰ ਸਾਨੂੰ ਕਿਆ ਚਾਹੀਦਾ ਹੈ। ਠੀਕ ਹੈ, ਐਦਾਂ ਦੇ ਕੁਐਸਚਨਸ ਵੀ ਇਹ ਫ੍ਰੀ ਦੇ ਨੰਬਰ ਹੁੰਦੇ ਆ। ਐਵੇਂ ਆਪਾਂ ਜੇ ਜ਼ਿਆਦਾ ਹੀ ਕਿਤਾਬਾਂ ਨਾਲ ਮੱਥਾ ਮਾਰੀ ਜਾਵਾਂਗੇ, ਇਹ ਪ੍ਰੈਜ਼ੈਂਸ ਆਫ ਮਾਈਂਡ ਸਾਡੀ ਜਦੋਂ ਆਪਾਂ ਪੇਪਰ 'ਚ ਬੈਠੇ ਹਾਂ ਉਦੋਂ ਸਾਡਾ ਕਿੰਨਾ ਦਿਮਾਗ ਕੰਮ ਕਰ ਰਿਹਾ ਉਹਦੇ ਤੇ ਡਿਪੈਂਡ ਕਰਦਾ। ਉਦੋਂ ਆਪਾਂ ਇਸ ਤਰ੍ਹਾਂ ਦੇ ਕੁਐਸਚਨਸ ਬੜੇ ਆਰਾਮ ਨਾਲ ਜੇ ਰਿਲੈਕਸ ਹੋਏ ਫਿਰ ਕੱਢ ਸਕਦੇ ਹਾਂ। ਫਿਰ ਹੈਗਾ ਸੋਇਲ ਇਰੋਜ਼ਨ। ਵਾਟਰ, ਮਤਲਬ ਕਿ ਵਾਟਰ ਦੇ ਨਾਲ ਵੀ ਸੋਇਲ ਇਰੋਜ਼ਨ ਹੁੰਦੀ ਆ, ਜੇ ਜੰਗਲਾਂ ਦੀ ਕਟਾਈ ਕਰਦੇ ਆ ਫਿਰ ਵੀ ਹੁੰਦੀ ਆ, ਸੰਘਣੀ ਖੇਤੀ ਦੇ ਨਾਲ ਵੀ ਹੁੰਦੀ ਆ, ਤਾਂ ਕਰਕੇ ਇਹਦਾ ਆਨਸਰ ਆ ਜਾਣਾ ਆਲ ਦਾ 3 ਅਬਵ। ਇਹ 'ਚ ਮਤਲਬ ਕਿ ਜ਼ਿਆਦਾ ਸਾਨੂੰ ਦੱਸਣ ਦੀ ਲੋੜ ਨਹੀਂ, ਆਪਾਂ ਬੜੇ ਆਰਾਮ ਨਾਲ ਕਰ ਸਕਦੇ ਹਾਂ ਇਹ ਕੁਐਸਚਨਸ। ਠੀਕ ਹੈ, ਫਿਰ ਸਾਡਾ ਆ ਲਾਸਟ ਕਰਾਂਗੇ, ਬਾਕੀ ਆਪਾਂ ਖਲ ਕਰਾਂਗੇ ਬੱਚੇ। ਐਕਟੀਵੇਸ਼ਨ ਆਫ ਨਿਊਕਲੀਅਸ ਇਜ਼ ਬੈਸਟ ਡਨ ਬਾਈ ਯੂਜ਼ਿੰਗ। ਜਿਹੜੀ ਆਪਾਂ ਐਕਟੀਵੇਸ਼ਨ ਕਰਦੇ ਆ ਨਾ ਨਿਊਕਲੀਅਸ ਦੀ, ਜੇ ਤੁਹਾਨੂੰ ਯਾਦ ਹੋਵੇ ਆਪਾਂ ਨਿਊਕਲੀਅਸ ਜਦੋਂ ਆਪਾਂ ਜਿਹੜੀ ਫਿਜ਼ਨ ਪੜ੍ਹਦੇ ਆ ਆਪਾਂ ਨਿਊਟਰੋਨ ਸਟਰਾਈਕ ਕਰਦੇ ਆ। ਠੀਕ ਹੈ, ਫਿਊਜ਼ਨ ਦੇ ਵਿੱਚ ਤਾਂ 2 ਹਾਈਡਰੋਜਨ ਜੁੜ ਕੇ ਡਿਊਟੇਰੀਅਮ ਬਣਾਉਂਦੇ ਪਏ ਆ। ਜਿਹੜੀ ਫਿਸ਼ਨ ਹੁੰਦੀ ਆ ਉਹਦੇ ਵਿੱਚ ਆਪਾਂ ਨਿਊਟਰੋਨ, ਯੂਰੇਨੀਅਮ ਦੇ ਵਿੱਚ ਨਿਊਟਰੋਨ ਮਾਰਦੇ ਆ। ਉਸੇ ਨੂੰ ਯਾਦ ਰੱਖਦੇ ਹੋਏ ਆਪਾਂ ਇਹਨੂੰ ਟਿਕ ਕਰ ਸਕਦੇ ਆ ਕਿ ਜੇ ਆਪਾਂ ਨਿਊਕਲੀਅਸ ਦੀ ਐਕਟੀਵੇਸ਼ਨ ਕਰਨੀ ਆ, ਮਤਲਬ ਕਿ ਉਹਨੂੰ ਐਕਟਿਵ ਕਰਨਾ ਆ, ਕਿੰਨਾ ਕਰਾਂਗੇ ਆਪਾਂ ਨਿਊਟਰੋਨ ਬੀਮ ਦੇ ਨਾਲ। ਹਾਲੇ ਤੱਕ ਆਪਾਂ ਜਿੰਨੇ ਕੁਐਸਚਨਸ ਕੀਤੇ ਆ, ਮਤਲਬ ਕਿ ਇਹਦੇ ਲਈ ਸਾਨੂੰ ਪੈਨ ਚੱਕਣ ਦੀ ਲੋੜ ਨਹੀਂ, ਆਪਾਂ ਡਾਇਰੈਕਟ 1 ਮਿੰਟ ਦੇ ਵਿੱਚ 3 ਤੋਂ 4 ਕੁਐਸਚਨਸ ਕਰ ਸਕਦੇ ਹਾਂ। ਠੀਕ ਹੈ, ਇੰਨੇ ਕਰੋ, ਬਾਕੀ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ।